हाँ जी, स्वागत है तुहाडा एक बार फिर तुहाडे अपने इस एजुकेशनल यूट्यूब चैनल ते। ਤਾਂ ਅਸੀਂ ਲੂਸ ਐਂਡ ਟੌਪ 200 ਜਿਹੜੇ ਕੁਐਸਚਨ ਸੀ ਉਹ ਕਰ ਰਹੇ ਸੀ ਫॉर ਆਲ ਕੰਪੀਟੀਟਿਵ ਐਗਜ਼ਾਮ। ਤਾਂ ਅੱਜ ਆਪਾਂ ਗੱਲ ਕਰਾਂਗੇ ਪਾਰਟ ਨੰਬਰ 3। ਇਸ ਤੋਂ ਪਹਿਲਾਂ ਆਪਾਂ 2 ਪਾਰਟ ਬਣਾ ਚੁੱਕੇ। ਜਿਹੜੇ ਸਾਥੀ ਨਵੇਂ ਆਏ ਹੈਗੇ ਤਾਂ ਉਹ ਇਸ ਤੋਂ ਪਹਿਲਾਂ ਵਾਲੇ 2 ਪਾਰਟਸ ਵੇਖ ਸਕਦੇ ਹੈਗੇ। ਡਿਸਕ੍ਰਿਪਸ਼ਨ ਦੇ ਲਿੰਕ ਵਿੱਚ ਵੀ ਤੁਹਾਨੂੰ ਲਿੰਕਸ ਦੇ ਦਿੱਤੇ ਜਾਣਗੇ, ਜਾਂ ਵੀਡੀਓ ਜਦੋਂ ਖਤਮ ਹੋਏਗੀ ਤਾਂ ਅਖੀਰ ਦੇ ਉੱਪਰ ਤੁਹਾਨੂੰ ਵੀਡੀਓਜ਼ ਦਿਖਾਈ ਦੇਣਗੀਆਂ, ਉੱਥੋਂ ਵੀ ਤੁਸੀਂ ਪਹਿਲਾਂ ਵਾਲੇ 2 ਪਾਰਟ ਵੇਖ ਸਕਦੇ ਹੋ। ਤਾਂ ਉਹ ਸ਼ੁਰੂ ਕਰ ਦਿਆਂਗੇ। ਇੱਥੇ ਸ਼ੁਰੂ ਦੇ ਵਿੱਚ ਹਰ ਤਰ੍ਹਾਂ ਦੇ ਵਾਂਗ ਤੁਹਾਨੂੰ ਮੈਂ ਫੇਰ ਦੱਸਦਾ ਵੀ ਕੁਐਸਚਨਾਂ ਦੇ ਵਿੱਚੋਂ ਜੇਕਰ ਆਪਾਂ ਕੁਝ ਸਿੱਖਣਾ ਹੈਗਾ ਤਾਂ ਸਾਨੂੰ ਵੀਡੀਓ ਫਿਰ ਸਾਰੀ ਦੇਖਣੀ ਪੈਣੀ ਹੈ। ਕਿਉਂਕਿ ਕੁਐਸਚਨ ਦੇ ਨਾਲ ਜਿਹੜੀਆਂ ਆਪਾਂ ਐਕਸਟਰਾ ਤੁਹਾਨੂੰ ਗੱਲਾਂ ਲਿਖਾਉਣੇ ਆਂਗੇ, ਦੱਸਦੇ ਆਂਗੇ, ਅਗਰ ਤੁਸੀਂ ਸਕਿਪ ਕਰੋਗੇ ਫਿਰ ਤੁਹਾਡੀਆਂ ਉਹ ਸਕਿਪ ਹੋ ਜਾਣੀਆਂ ਨੇ। ਕਿਉਂਕਿ ਜ਼ਰੂਰੀ ਨਹੀਂ ਹੈ ਪੇਪਰ ਦੇ ਵਿੱਚ ਕੁਐਸਚਨ ਬਿਲਕੁਲ ਇਸ ਤਰੀਕੇ ਨਾਲ ਆਵੇ, ਕੁਐਸਚਨ ਦਾ ਤਰੀਕਾ ਵੀ ਬਦਲ ਸਕਦਾ ਹੈ। ਇਸ ਕਰਕੇ ਸਾਨੂੰ ਉਹਨਾਂ ਚੀਜ਼ਾਂ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਤਾਂ ਆਓ ਸ਼ੁਰੂ ਕਰਦੇ ਹਾਂ। ਪਹਿਲਾ ਕੁਐਸਚਨ ਆਪਣਾ ਅੱਜ ਦਾ, ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ? ਹਾਂਜੀ, ਪੜ੍ਹਿਆ ਵੀ ਹੋਏਗਾ ਤੁਸੀਂ, ਸੁੰਦਰਬਨ ਜਿਹੜਾ ਡੈਲਟਾ ਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਗਾ। ਕਿੱਥੇ ਬਣਦਾ ਗਾ? ਹੁਣ ਇਹ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਗਾ। ਤਾਂ ਇਹ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਦੇ ਹੇਠਲੇ ਭਾਗ ਦੇ ਵਿੱਚ ਬਣਦਾ ਗਾ, ਜਿੱਥੇ ਬੰਗਾਲ ਦੀ ਖਾੜੀ ਹੈ। ਹੁਣ ਇਸ ਨੂੰ ਕਿਹੜੀਆਂ ਨਦੀਆਂ ਬਣਾਉਂਦੀਆਂ ਨੇ ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਗਾ। ਤਾਂ ਇਸ ਡੈਲਟੇ ਦਾ ਨਿਰਮਾਣ ਕਰਨ ਵਾਲੀਆਂ ਨਦੀਆਂ ਨੇ, ਇੱਕ ਤਾਂ ਗੰਗਾ ਹੋ ਗਈ ਤੇ ਦੂਸਰੀ ਹੈਗੀ ਬ੍ਰਹਮਪੁੱਤਰ ਨਦੀ। ਠੀਕ ਹੈ, ਯਾਨੀ ਕਿ ਇਸ ਡੈਲਟੇ ਦਾ ਨਿਰਮਾਣ 2 ਨਦੀਆਂ ਕਰਦੀਆਂ ਨੇ, ਗੰਗਾ ਅਤੇ ਬ੍ਰਹਮਪੁੱਤਰ। ਠੀਕ, ਹੁਣ ਇਹ ਜਿਹੜਾ ਸੁੰਦਰਬਨ ਡੈਲਟਾ ਗਾ ਇਹ ਪੁੱਛ ਲੈਂਦੇ ਨੇ ਇੱਥੇ ਮੇਨ ਜੀਵ ਕਿਹੜਾ ਰਹਿੰਦਾ ਗਾ। ਠੀਕ ਹੈ, ਕਿਹੜੇ ਜੀਵ ਦਾ ਘਰ ਹੈਗਾ ਇਹ? ਤਾਂ ਇਹ ਸਫੇਦ ਬਾਘ, ਜਿਹਨੂੰ ਅਸੀਂ ਬੋਲਦੇ ਹਾਂ ਵਾਈਟ ਟਾਈਗਰ। ਤਾਂ ਜਿਹੜਾ ਸੁੰਦਰਬਨ ਡੈਲਟਾ ਹੈਗਾ ਉਹ ਵਾਈਟ ਟਾਈਗਰ ਦਾ ਘਰ ਹੈਗਾ। ਮਤਲਬ ਜਿਹੜਾ ਭਾਰਤੀ ਬਾਗ ਹੈਗਾ ਇਹਦਾ ਸਫੇਦ ਬਾਗ ਹੈਗਾ ਉਹ ਇੱਥੇ ਪਾਇਆ ਜਾਂਦਾ ਹੈ। ਹੁਣ ਦੇਖੋ ਸੁੰਦਰਬਨ ਡੈਲਟਾ, ਇਹ ਨਾਂ ਇਸ ਨੂੰ ਕਿਉਂ ਦਿੱਤਾ ਗਿਆ? ਠੀਕ ਹੈ, ਤਾਂ ਇਸ ਖੇਤਰ ਦੇ ਵਿੱਚ ਕੁਝ ਰੁੱਖ ਪਾਏ ਜਾਂਦੇ ਹੈਗੇ ਜਿਨ੍ਹਾਂ ਦਾ ਨਾਮ ਹੈਗਾ ਸੁੰਦਰੀ। ਇੱਥੇ ਸੁੰਦਰੀ ਨਾਮਕ ਬਣ ਪਾਏ ਜਾਂਦੇ ਹੈਗੇ। ਇਸ ਬਣਾ ਦੇ ਨਾਮ ਤੇ ਇਸ ਦਾ ਨਾਮ ਪੈ ਗਿਆ ਸੁੰਦਰਬਨ ਡੈਲਟਾ। ਠੀਕ, ਹੁਣ ਇਸ ਦੇ ਨਾਲ ਮਿਲਦੀ ਜੁਲਦੀ ਤੁਹਾਨੂੰ ਬਨਸਪਤੀ ਪੁੱਛੀ ਜਾ ਸਕਦੀ ਹੈਗੀ ਵੀ ਇੱਥੇ ਕਿਹੜੀ ਬਨਸਪਤੀ ਪਾਈ ਜਾਂਦੀ ਹੈਗੀ। ਤਾਂ ਇੱਥੇ ਮੈਂਗਰੋਵ ਬਨਸਪਤੀ, ਠੀਕ ਹੈ, ਇਹਨੂੰ ਅਸੀਂ ਮੈਂਗਰੋਵ ਬਨਸਪਤੀ ਕਹਿ ਦਿੰਦੇ ਹੈਗੇ। ਠੀਕ ਹੈ, ਦਲਦਲੀ ਬਨਸਪਤੀ ਵੀ ਕਹਿ ਦਿੰਦੇ ਹੈਗੇ, ਕਿਉਂਕਿ ਜਿਹੜੇ ਸੁੰਦਰੀ ਬਣ ਨੇ ਉਹ ਦਲਦਲੀ ਖੇਤਰਾਂ ਦੇ ਵਿੱਚ ਪਾਏ ਜਾਂਦੇ ਹੈਗੇ। ਠੀਕ ਹੈ, ਇਸ ਤੋਂ ਬਿਨਾਂ ਇਸ ਨੂੰ ਸਮੁੰਦਰੀ ਕਿਨਾਰੇ ਵਾਲੀ, ਇਹ ਇੱਥੋਂ ਦੀ ਬਨਸਪਤੀ ਦਾ ਨਾਮ। ਠੀਕ, ਇਹ ਤੁਹਾਨੂੰ ਗੱਲਾਂ ਕਲੀਅਰ ਹੋਣੀ ਚਾਹੀਦੀਆਂ ਨੇ। ਮੇਨ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਗਾ। ਠੀਕ ਹੈ, ਗੰਗਾ ਤੇ ਬ੍ਰਹਮਪੁੱਤਰ ਨਦੀਆਂ ਇਸ ਦਾ ਨਿਰਮਾਣ ਕਰਦੀਆਂ ਨੇ। ਸੁੰਦਰੀ ਨਾਮਕ ਇੱਥੇ ਰੁੱਖ ਹੈਗੇ, ਬਣ ਨੇ, ਜਿਨ੍ਹਾਂ ਕਰਕੇ ਇਸ ਦਾ ਨਾਮ ਸੁੰਦਰਬਨ ਡੈਲਟਾ ਪਿਆ। ਨੈਕਸਟ 82, ਕਿਹੜੀ ਸੰਸਥਾ ਭਾਰਤ ਦਾ ਭੂਗੋਲਿਕ ਨਕਸ਼ਾ ਤਿਆਰ ਕਰਦੀ ਹੈ? ਠੀਕ ਹੈ, ਹਾਂਜੀ, ਤਾਂ ਇਸ ਸੰਸਥਾ ਦਾ ਨਾਮ ਹੈਗਾ ਭਾਰਤ ਦਾ ਸਰਵੇਖਣ। ਠੀਕ ਹੈ, ਸਰਵੇ ਆਫ ਇੰਡੀਆ ਇੱਕ ਸੰਸਥਾ ਹੈਗੀ, ਸਰਵੇ ਆਫ ਇੰਡੀਆ। ਤਾਂ ਇਸ ਨੇ ਭਾਰਤ ਦਾ ਜਿਹੜਾ ਨਕਸ਼ਾ ਸੀ, ਭੂਗੋਲਿਕ ਨਕਸ਼ਾ ਸੀ, ਉਹ ਤਿਆਰ ਕੀਤਾ ਗਿਆ ਕਰਦੇ ਹੈਗੇ। ਹੁਣ ਤੁਹਾਨੂੰ ਇੱਥੇ ਕੁਐਸਚਨ ਇਹ ਪੁੱਛਿਆ ਜਾ ਸਕਦਾ ਗਾ ਭਾਰਤ ਦਾ ਸਭ ਤੋਂ ਪਹਿਲਾਂ ਸਹੀ ਜਿਹੜਾ ਨਕਸ਼ਾ ਸੀ ਉਹ ਕਿਸ ਨੇ ਤਿਆਰ ਕੀਤਾ ਸੀ? ਠੀਕ ਹੈ, ਤਾਂ ਇੱਕ ਜੇਮਸ ਰੈਨਲ ਸੀ, ਜੇਮਸ ਰੈਨਲ, RENNELL। ਤਾਂ ਜੇਮਸ ਰੈਨਲ ਨੇ ਸਭ ਤੋਂ ਪਹਿਲਾਂ ਭਾਰਤ ਦੇ ਨਾਲ ਮਿਲਦਾ ਜੁਲਦਾ ਇੱਕ ਜਿਹੜਾ ਸਹੀ ਨਕਸ਼ਾ ਸੀ ਉਹ ਬਣਾਇਆ ਸੀ, ਤੇ ਇਹਨੂੰ ਪਬਲਿਸ਼ ਕੀਤਾ ਗਿਆ ਸੀ 1779 ਦੇ ਵਿੱਚ, 1779 ਦੇ ਵਿੱਚ। ਠੀਕ, ਨੈਕਸਟ ਕੁਐਸਚਨ ਨੰਬਰ 83, ਭਾਰਤੀ ਮਿਆਰੀ ਸਮਾਂ ਗ੍ਰੀਨਿਚ ਮਿਆਰੀ ਸਮੇਂ ਤੋਂ ਕਿੰਨੇ ਘੰਟੇ ਅੱਗੇ ਹੈਗੇ? ਹਾਂਜੀ, 5.5 ਘੰਟੇ, 5 ਘੰਟੇ 30 ਮਿੰਟ। ਹੁਣ ਦੇਖੋ ਜਿਹੜਾ GMT ਹੈਗਾ, ਗ੍ਰੀਨਿਚ ਮੈਰੀਡੀਅਨ ਟਾਈਮ ਹੈਗਾ, ਉਹ 0 ਡਿਗਰੀ ਤੋਂ ਮਾਪਿਆ ਜਾਂਦਾ ਹੈਗਾ। ਠੀਕ ਹੈ, ਗ੍ਰੀਨਿਚ ਇੱਕ ਸਥਾਨ ਹੈਗਾ ਲੰਡਨ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਿਹਨੂੰ 0 ਡਿਗਰੀ ਮੰਨਿਆ ਜਾਂਦਾ ਹੈਗਾ, ਤੇ ਜਿੱਥੋਂ ਸੰਸਾਰ ਦਾ ਜਿਹੜਾ ਟਾਈਮ ਹੈਗਾ ਉਸ ਨੂੰ ਮਾਪਿਆ ਜਾਂਦਾ ਹੈਗਾ। ਤਾਂ ਭਾਰਤ ਦਾ ਜਿਹੜਾ ਸਮਾਂ ਹੈਗਾ ਉਸ ਤੋਂ 82.5 ਡਿਗਰੀ, ਮਤਲਬ ਉਹ ਦੇਖੋ 0 ਡਿਗਰੀ ਤੇ ਹੈਗਾ, ਤੇ ਭਾਰਤ ਦਾ ਸਮਾਂ ਕਿੰਨੇ ਤੇ ਹੈਗਾ? 82.5 ਡਿਗਰੀ ਤੋਂ ਮਾਪਿਆ ਜਾਂਦਾ ਹੈਗਾ। ਅਗਰ ਅਸੀਂ ਇਸ ਨੂੰ 4 ਨਾਲ ਮਲਟੀਪਲਾਈ ਕਰ ਦਿਆਂਗੇ 82.5 ਨੂੰ,
डिग्री नूं तां 330 मिनट का अंतर हुंदा हैगा, यानी कि कुल मिला के 5 घंटे ते 30 मिनटां दा। ठीक है, हुण तुहानूं ये जरूर पता होना चाहिए भी जिहड़ा 82.5 डिग्री लंबकार हैगा, ठीक है, वो कित्थों लंघदा हैगा? हाँ जी, वो लंघदा हैगा भी मिर्ज़ापुर। ठीक है, भारत का जिहड़ा समा गा IST समा कह दिंदे ने आपां इंडियन समय नूं, इंडियन स्टैंडर्ड टाइम IST। ਤਾਂ ਭਾਰਤ ਦਾ ਜਿਹੜਾ ਮਾਨਕ ਸਮਾਂ ਗਾ ਉਹ ਕਿੱਥੋਂ ਮਾਪਿਆ ਜਾਂਦਾ ਗਾ? ਹਾਂਜੀ, ਉਹ ਮਾਪਿਆ ਜਾਂਦਾ ਗਾ ਮਿਰਜ਼ਾਪੁਰ। ਠੀਕ ਹੈ, ਮਿਰਜ਼ਾਪੁਰ ਨੇੜੇ ਇਲਾਹਾਬਾਦ ਦੇ ਵਿੱਚ ਉਹ ਸਮਾਂ ਮਾਪਿਆ ਜਾਂਦਾ ਗਾ, ਇਲਾਹਾਬਾਦ। ਹੁਣ ਇਲਾਹਾਬਾਦ ਕਿਹੜੇ ਸਟੇਟ ਦੇ ਵਿੱਚ ਹੈ ਵੀ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਗਾ। ਹਾਂਜੀ, ਇਹ ਪੈਂਦਾ ਗਾ ਉੱਤਰ ਪ੍ਰਦੇਸ਼ ਦੇ ਵਿੱਚ, UP ਦੇ ਵਿੱਚ। ਠੀਕ, 5.5 ਘੰटे ਸਾਡਾ ਸਮਾਂ ਅੱਗੇ ਹੈਗਾ ਗ੍ਰੀਨਵਿਚ ਸਮੇਂ ਤੋਂ। इस समय में ਆਪਾਂ ਕੀ ਕਹਿੰਦੇ ਕਿ IST इंडियन स्टैंडर्ड टाइम किन्ने डिग्री तो मापे ਜਾਂਦਾ ਗਾ, ਇਹ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਗਾ। 82.5 डिग्री तो ਕਿੱਥੋਂ ਮਾਪਿਆ ਜਾਂਦਾ ਗਾ? ਮਿਰਜ਼ਾਪੁਰ ਨੇੜੇ ਇਲਾਹਾਬਾਦ, ਉੱਤਰ ਪ੍ਰਦੇਸ਼ ਦੇ ਵਿੱਚੋਂ ਇਸ ਨੂੰ ਮਾਪਿਆ ਜਾਂਦਾ। ਨੈਕਸਟ, ਝੀਲਾਂ ਦੇ ਅਧਿਐਨ ਨੂੰ ਕੀ ਕਹਿੰਦੇ ਹੈਗੇ? ਠੀਕ ਹੈ, ਝੀਲ ਇਸ ਨੂੰ ਕਹਿੰਦੇ ਕਿ ਵੀ ਲਿਮਨੋਲੋਜੀ। ਹੁਣ ਮੈਂ ਕੁਝ ਤੁਹਾਨੂੰ ਹੋਰ ਦਿਖਾ ਰਿਹਾ ਹੈਗਾ ਜਿਨ੍ਹਾਂ ਨੂੰ ਆਪਾਂ ਸਟੱਡੀਜ਼ ਨੇ, ਜਿਵੇਂ ਗੱਲ ਕਰੀਏ ਸਟੱਡੀ ਆਫ ਅਰਥ। ਸਟੱਡੀ ਆਫ ਅਰਥ, ਸਟੱਡੀ ਆਫ ਅਰਥ ਇਸ ਨੂੰ ਅਸੀਂ ਕਹਿੰਦੇ ਹੈਗੇ ਜੀਓਲੋਜੀ। ਜੀਓਲੋਜੀ, ਸਟੱਡੀ ਆਫ ਅਰਥ ਨੂੰ ਅਸੀਂ ਕਹਿੰਦੇ ਹੈਗੇ ਜੀਓਲੋਜੀ। ਨੈਕਸਟ ਗੱਲ ਕਰੀਏ ਸਟੱਡੀ ਆਫ ਐਟਮੋਸਫੀਅਰ। ਹਾਂਜੀ, ਸਟੱਡੀ ਆਫ ਐਟਮੋਸਫੀਅਰ ਤੁਸੀਂ ਲਿਖ ਲਿਓ, ਇਸ ਨੂੰ ਆਪਾਂ ਕੀ ਕਹਿੰਦੇ ਹੈਗੇ? ਠੀਕ ਹੈ, ਮੀਟਰੋਲੋਜੀ। ਠੀਕ ਹੈ, ਐਟਮੋਸਫੀਅਰ ਕੀ ਹੁੰਦਾ ਵੀ? ਜਲਵਾਯੂ, ਹੈ ਨਾ, ਵਾਯੂਮੰਡਲ। ਵਾਯੂਮੰਡਲ ਦੇ ਇਹਨੂੰ ਕੀ ਕਹਿੰਦੇ ਹੈਗੇ? ਨੈਕਸਟ, ਸਟੱਡੀ ਆਫ ਵਾਟਰ, ਤੇ ਪਾਣੀ ਦੇ ਇਹਨੂੰ ਕੀ ਕਹਿੰਦੇ ਹੈਗੇ? ਹਾਈਡਰੋਲੋਜੀ। ਸਟੱਡੀ ਆਫ ਵਾਟਰ ਨੂੰ ਆਪਾਂ ਬੋਲਦੇ ਹੈਗੇ ਹਾਈਡਰੋਲੋਜੀ। ਨੈਕਸਟ, ਸਟੱਡੀ ਆਫ ਅਰਥਕੁਏਕਸ, ਜਿਹੜਾ ਭੂਚਾਲਾਂ ਦਾ ਅਧਿਐਨ ਹੈਗਾ ਉਹਨੂੰ ਅਸੀਂ ਕੀ ਬੋਲ ਦਿਆਂਗੇ? ਉਹਨੂੰ ਅਸੀਂ ਬੋਲ ਦਿਆਂਗੇ ਸਿਸਮੋਲੋਜੀ। ਸਿਸਮੋਲੋਜੀ, ਸਟੱਡੀ ਆਫ ਅਰਥਕੁਏਕਸ, ਸਿਸਮੋਲੋਜੀ। ਨੈਕਸਟ, ਸਟੱਡੀ ਆਫ ਵਾਲਕੈਨੋਜ਼। ਵਾਲਕੈਨੋਜ਼ ਹੁੰਦੇ ਨੇ ਜਵਾਲਾਮੁਖੀ। ਜਵਾਲਾਮੁਖੀਆਂ ਦੇ ਅਧਿਐਨ ਨੂੰ ਅਸੀਂ ਕਹਿੰਦੇ ਵੋਲਕੈਨੋਲੋਜੀ। ਵੋਲਕੈਨੋਲੋਜੀ। ਠੀਕ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਸਾਨੂੰ ਇੱਥੇ ਝੀਲਾਂ ਦਾ ਅਧਿਐਨ ਪੁੱਛਿਆਗਾ, ਪਰ ਪੇਪਰ ਦੇ ਵਿੱਚ ਸਾਨੂੰ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਨੈਕਸਟ, ਹਿਮਾਲਿਆ ਪਰਬਤ ਦੇ ਸਥਾਨ ਤੇ ਪਹਿਲਾਂ ਕਿਹੜਾ ਸਾਗਰ ਸੀ? ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਗਾ। ਇੱਕ ਸਾਗਰ ਸੀ ਟੈਥੀਜ਼ ਸਾਗਰ, ਉਹ ਇਸ ਤੋਂ ਪਹਿਲਾਂ ਇਸ ਸਥਾਨ ਦੇ ਉੱਪਰ ਸਥਿਤ ਸੀ। ਹੁਣ ਇਹਦੇ ਵਿੱਚ ਇੱਕ ਕੁਐਸਚਨ ਇਹ ਪੁੱਛਿਆ ਜਾ ਸਕਦਾ ਤੁਹਾਨੂੰ ਵੀ ਜਿਹੜੇ ਹਿਮਾਲਿਆ ਪਰਬਤ ਨੇ ਉਹ ਨਵੀਨ ਪਰਬਤ ਨੇ ਜਾਂ ਪੁਰਾਤਨ ਨੇ? ਤਾਂ ਹਿਮਾਲਿਆ ਪਰਬਤ ਨਵੀਨ ਨੇ, ਨਵੇਂ ਬਣੇ ਪਰਬਤ ਨੇ, ਨਵੀਨ ਪਰਬਤ। ਠੀਕ, ਹੁਣ ਹਿਮਾਲਿਆ ਪਰਬਤ ਦਾ ਨਿਰਮਾਣ ਕਿਵੇਂ ਹੋਇਆ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ। ਤਾਂ ਧਰਤੀ ਦੇ ਦੋ ਟੁਕੜੇ ਸੀ, ਠੀਕ ਹੈ, ਇੱਕ ਸੀ ਉੱਪਰ ਵਾਲਾ ਅੰਗਾਰਲੈਂਡ, ਅੰਗਾਰਾਲੈਂਡ ਵੀ ਲਿਖ ਦਿੰਦੇ ਨੇ ਆਪਾਂ ਇਹਨੂੰ। ਠੀਕ, ਲੂਰੇਸ਼ੀਆ ਵੀ ਲਿਖ ਦਿੰਦੇ ਨੇ, LAURASIA। ਠੀਕ ਹੈ, ਤੇ ਜਿਹੜਾ ਹੇਠਲਾ ਵਾਲਾ ਹਿੱਸਾ ਸੀ ਇਹਦਾ ਨਾਮ ਸੀ ਗੋਂਡਵਾਨਾ ਲੈਂਡ, ਗੋਂਡਵਾਨਾ ਲੈਂਡ। ਤਾਂ ਹੋਇਆ ਕਿ ਇਹ ਦੋਨੋਂ ਜਿਹੜੇ ਧਰਤੀ ਦੇ ਟੁਕੜੇ ਸੀ, ਠੀਕ ਹੈ, ਇਹ ਇੱਕ ਦੂਜੇ ਦੇ ਵੱਲ ਵਧਣੇ ਸ਼ੁਰੂ ਹੋਏ। ਇਹਨਾਂ ਦੇ ਵਿਚਕਾਰ ਜਿਹੜਾ ਇੱਥੇ ਸੀ ਉਹ ਟੈਥੀਜ਼ ਸਾਗਰ ਸੀ। ਹੌਲੀ ਹੌਲੀ ਤੇਜ਼ ਗਤੀ ਦੇ ਨਾਲ, ਠੀਕ ਹੈ, ਬਾਅਦ ਦੇ ਵਿੱਚ ਇਹ ਇੱਕ ਦੂਜੇ ਨਾਲ ਟਕਰਾਏ। ਤਾਂ ਜਦੋਂ ਟਕਰਾਏ ਤਾਂ ਇਸ ਸਾਗਰ ਦੇ ਵਿੱਚ ਜਿਹੜਾ ਪਾਣੀ ਸੀ ਉਹ ਸਾਈਡਾਂ ਤੇ ਨਿਕਲ ਗਿਆ ਤੇ ਜਿਹੜੀ ਮਿੱਟੀ ਸੀ ਉਹ ਉੱਪਰ ਨੂੰ ਉੱਠਣੀ ਸ਼ੁਰੂ ਹੋ ਗਈ। ਉੱਪਰ ਨੂੰ ਉੱਠੀ ਤਾਂ ਇਸ ਦੇ ਨਾਲ ਹੀ ਜਿਹੜਾ ਹਿਮਾਲਿਆ ਪਰਬਤ ਸੀ ਉਸ ਦਾ ਨਿਰਮਾਣ ਹੋਇਆ। ਠੀਕ ਹੈ, ਤੇ ਹਿਮਾਲਿਆ ਪਰਬਤ ਕਿੰਨੇ ਪੁਰਾਣੇ ਨੇ ਵੀ? ਇਹ 11 ਕਰੋੜ ਸਾਲ ਪੁਰਾਣੇ। ਇਹ ਤੁਸੀਂ ਯਾਦ ਰੱਖਣਾਗਾ। ਨਵੀਨ ਪਰਬਤ ਨੇ, ਠੀਕ ਹੈ, ਤੇ ਕਿਹੜੇ ਸਾਗਰ ਤੋਂ ਇਹਨਾਂ ਦਾ ਨਿਰਮਾਣ ਹੋਏਗਾ? ਟੈਥੀਜ਼ ਸਾਗਰ। ਹਾਂਜੀ, ਨੈਕਸਟ, ਭਾਰਤ ਵਿੱਚ ਜੰਗਲੀ ਜੀਵਨ ਸੁਰੱਖਿਆ ਅਧਿਨਿਯਮ ਕਦੋਂ ਲਾਗੂ ਕੀਤਾ ਗਿਆ? 1972 ਦੇ ਵਿੱਚ। ਨੈਕਸਟ, ਨਕਸ਼ੇ ਬਣਾਉਣ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈਗਾ? ਹਾਂਜੀ, ਕਾਰਟੋਗ੍ਰਾਫਰ।
ਹੁਣ ਤੁਹਾਨੂੰ ਇੱਥੇ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਵੀ ਸੰਸਾਰ ਦਾ ਸਭ ਤੋਂ ਪਹਿਲਾ ਨਕਸ਼ਾਕਾਰ ਕੌਣ ਸੀ, ਠੀਕ ਹੈ, ਵਰਲਡਸ ਫਸਟ ਕਾਰਟੋਗ੍ਰਾਫਰ, ਤਾਂ ਇਹਦਾ ਨਾਮ ਸੀ ਅਨੈਗਜ਼ੀਮੈਂਡਰ। ਅਨੈਗਜ਼ੀਮੈਂਡਰ इंग्लिश भी लिख लो, अनैक्सीमेंडर। तो यह दुनिया का संसार का पहला नक्शाकार सी, ठीक है, जिन्होंने कार्टोग्राफर कहा जाता है, जिन्हें पहली बार एक नक्शा तैयार किया सी। कित्थों का रहने वाला सी भी, यह यूनान का रहने वाला सी। हाँ जी, नैक्सट, पाक स्ट्रेट के विचकार किहड़े दो देशों के विचकार हैगी, हाँ जी, ये भारत ते श्रीलंका की वंड करती हैगी, ठीक है। तो मद्रास का एक गवर्नर सी रॉबर्ट पाक, रॉबर्ट पाक। उस दे नाम ते बाद दे विच इस रेखा का नाम की बन गया, पाक स्ट्रेट, रॉबर्ट पाक। इनू पंजाबी दे विच पाक जल संधि या पाक जल डमरू भी कहा जाता है, ठीक है। तो यह रेखा भारत नूं श्रीलंका तो वख करती हैगी। इसकी लंबाई चौड़ाई तुसीं जरूर लिख लियो। तो इस रेखा की जी लंबाई हैगी वो हैगी 136 किलोमीटर, 136 किलोमीटर लंबी हैगी। जेकर आप चौड़ाई की गल करिए तो यह 64 किलोमीटर तो लैके 137 किलोमीटर तक हैगी। डूंघाई की गल करिए तो 9.1 मीटर हैगी, ठीक है। दोबारा फिर आप गल कर लेंगे। लंबाई पाक स्ट्रेट की 136 किलोमीटर है, चौड़ाई कई जगह तो 64 है तो कई जगह तो 137 किलोमीटर है, डूंघाई यदि 9.1 मीटर। हाँ जी, नैक्सट आप गल करिए भारत के सोना पैदा करने वाले राज किहड़े हैगे, ठीक है। हुण आपां इत्थे राजां की गल कीती है, कई बार तुहानूं सिर्फ खाना भी पूछा जा सकता है। तो भारत दे विच दो सोना पैदा करने वाले राज ने, पर बड़े पद्धर ते जेकर पूछा जाए भारत में सब तो वध सोना पैदा करने वाला राज फिर करनाटका। करनाटका दे विच दो खाना ने, ठीक है, एक दा नाम है कुलार ते दूजी हैगी हट्टी। कुलार ते हट्टी खाना करनाटका दे विच जिन्हां दे विचों सोना पैदा किया जाता है, कड्ढिया जाता है। इस तो बिना आंध्रा प्रदेश दे विच एक खान हैगी रामगिरी, ठीक है, रामगिरी, इतों भी सोना प्राप्त किया जाता है। तो ये तीन खाना हो गया मेन, एक दो करनाटका च कुलार है हट्टी, एक आंध्रा प्रदेश के विच रामगिरी। जेकर सब तो वध पूछे जाए तो भारत में सब तो वध सोना पैदा करने वाला करनाटक है। जो इस तरीके नाल दुनिया के विच पूछे जाए भी सब तो वध सोना किहड़ा देश पैदा करता है, फिर असीं लिखांगे उत्थे साउथ अफ्रीका, ठीक है, दक्षिणी अफ्रीका। दक्षिणी अफ्रीका दुनिया का सब तो वध सोना पैदा करने वाला देश, ठीक। हाँ जी, नैक्सट आप गल करिए भारत के समुद्री तट की लंबाई कितनी है, हाँ जी है कि 7516, 7516.6 किलोमीटर। तो यह तो समुद्री तट की। हुण जे थल सीमा की गल करिए, ठीक है, भारत की थल सीमा की लंबाई कितनी हैगी, तो यह हैगी 15,200 किलोमीटर, 15,200 किलोमीटर। ये भी तुहानूं पता होना चाहिए नाल नाल। हाँ जी, नैक्सट लक्षद्वीप विच किन्ने टापू है, हाँ जी 36, 36। आंध्रा प्रदेश ते तमिलनाडु के तटवर्ती खेतरां नूं की कहा जाता है, हाँ जी इत्थे जिहड़े तटवर्ती खेतर पाए जाते हैं उन्होंने असीं कहने कि कोरोमंडल तट, ठीक है। हुण देखो एक तो आंध्रा प्रदेश तो तमिलनाडु तक हो गया। कई बार की पूछ लैंदे ने कृष्णा नदी के डेल्टे तो लैके कन्याकुमारी तक, ठीक है, कृष्णा नदी के डेल्टे तो लैके कन्याकुमारी तक, तो उस नूं भी असीं कोरोमंडल तट कहते हैं, ठीक है। हुण कोरोमंडल जिहड़ा तट हैगा ये 900 किलोमीटर लंबे है, ठीक है, इसकी लंबाई कितनी है भी 900 किलोमीटर। तो इसकी जिहड़ी चौड़ाई हैगी 150 किलोमीटर तो भी वध है, ठीक है, ये भी तुसीं याद रखना है। लंबाई लिख लियो दी 900 किलोमीटर कोरोमंडल तट की, तो चौड़ाई 150 किलोमीटर तो भी वध। हाँ जी, नैक्सट आ गया भी कोंकण तट। कोंकण जिहड़ा तट है दमन तो गोवा तक बनया है, ठीक है। यह पश्चिमी घाट वाले जिहड़े पश्चिमी साइड ते जिहड़े तट है उन्होंने आ गया कोंकण तट, दमन तो गोवा तक। तो इस तट की लंबाई 530 किलोमीटर है,
ठीक है। कोंकण तट की लंबाई 530 किलोमीटर है, तो जेकर चौड़ाई की गल करिए तो 35 तो 50 किलोमीटर। ठीक, कोंकण तट की लंबाई 530 किलोमीटर, तो जेकर असी गल करिए चौड़ाई की तो 35 तो 50 किलोमीटर इन्हां की चौड़ाई है। हाँ जी, नैक्सट एक होर रह गया भी, वो भी तुसीं कर लियो। मैंगलोर करनाटक तो लैके कन्याकुमारी तक, इहनूं तुसीं लिख लियो। करनाटक तो कन्याकुमारी तक एक तट हो रहेगा जिन्हों असीं बोलते हैं मालाबार तट। ठीक है, किहड़ा तट हैगा? मालाबार तट। ये कोंकण ये तो खत्म होंदा, उस तो अगे स्टार्ट होंदा हैगा, ते ये कन्याकुमारी तक चल जाता है, नीचे तक आ जाता। ठीक है, केरला तक आ जाता है। तो इसकी जिहड़ी लंबाई हैगी वो लिख लो कितनी हैगी। लंबाई इसकी 550 किलोमीटर है। मालाबार तट की लंबाई 550 किलोमीटर, तो ये जिहड़ी चौड़ाई हैगी 20 तो 100 किलोमीटर। ठीक है, मालाबार तट की लंबाई 550 किलोमीटर तो चौड़ाई 20 तो 100 किलोमीटर। हुण तुहानूं तिन्नां तटां दे विचों कोई भी क्वेश्चन पूछा जा सकता है। नैक्सट, किहड़े ग्रह नूं धरती का जुड़वा ग्रह कहा जाता है? हाँ जी, शुक्र नूं कहा जाता भी, जिन्हों असीं वीनस लिख देंगे, धरती का जुड़वा। इनू धरती की भैन भी कहा जाता है, क्यों भी? ट्विन प्लैनेट। ठीक है, ट्विन प्लैनेट क्यों कहा जाता है? क्योंकि जिहड़ा शुक्र हैगा उहदा जिहड़ा आकार हैगा धरती दे नाल मिलदा जुलदा है। ठीक है, हुण इहदे नाल एक क्वेश्चन तुहानूं होर पूछा जा सकदा है, सब तो चमकीला। ठीक है, 8 ग्रहां दे विचों सब तो चमकीला ग्रह किहड़ा गा? ठीक है, तो चमकीला ग्रह भी किहड़ा गा? शुक्र। ठीक है, ये धरती का जुड़वा भी है, इनू धरती की भैन कहा जाता है, ट्विन प्लैनेट। तो सब तो चमकीला ग्रह भी किहड़ा गा? शुक्र। ठीक है, हुण एक क्वेश्चन इहदे विच होर बन सकदा शुक्र नाल मिलदा जुलदा, इनू सवेर अते शाम का तारा कहा जाता है। सवेर अते शाम का तारा। ठीक है, अगर तुहानूं क्वेश्चन पूछे जाए भी किहड़े ग्रह नूं सवेर अते शाम का तारा कहा जाता है, ठीक है, मॉर्निंग एंड ईवनिंग स्टार, तो असीं लिखांगे शुक्र। ठीक, एक क्वेश्चन होर इहदे नाल बन सकदा गा, शुक्र ते बुध। ठीक है, 8 ग्रहां दे विचों 2 अजिहे ग्रह हैगे जिन्हां दा कोई भी उपग्रह नहीं है। ठीक है, कुल सोलर सिस्टम दे विच सूरजी परिवार दे विच 8 ग्रह ने, उन्हां दे विच सिर्फ बुध ते शुक्र 2 अजिहे ग्रह हैगे जिन्हां दा कोई भी उपग्रह नहीं है। ठीक, एक होर जिहड़ा बहुत इंपॉर्टेंट क्वेश्चन है वो बनदा गा, किहड़े आकाशी पिंड नूं पृथ्वी दा पुੱਤਰ कहा जांदा गा? ठीक है, किहड़े आकाशी पिंड नूं पृथ्वी दा पुੱਤਰ? किहड़े आकाशी पिंड नूं पृथ्वी दा पुੱਤਰ कहा जांदा गा? तां इह हैगा चंद, चंद्रमा। ठीक है, ये तुसीं नोट कर लियो, किहड़े आकाशी पिंड नूं पृथ्वी दा पुੱਤਰ कहा जांदा गा? चंद। नैक्सट, सहारा मारूथल किहड़े महाद्वीप दे विच स्थित है? हाँ जी, किहड़े महाद्वीप दे विच? अफ्रीका दे विच। हुण देख लो, सहारा जिहड़ा मारूथल है ये गर्म मारूथल है। 2 प्रकार के मारूथल हुंदे ने, एक गर्म मारूथल हुंदे ने, एक हुंदे ने ठंडे मारूथल। ठीक है, तो जिहड़ा सहारा गा ये गर्म मारूथल हैगा, अफ्रीका दे विच पाया जांदा गा। हुण इस तरीके नाल ठंडा मारूथल भी होएगा फिर कोई? दुनिया का या संसार का सब तो ठंडा मारूथल हैगा अंटार्कटिक मारूथल। ठीक है, अंटार्कटिक महाद्वीप भी हैगा ते अंटार्कटिक दे विच एक मारूथल भी हैगा जिहड़ा कि दुनिया का सब तो ठंडा मारूथल। ठीक, हुण देखो, जेकर दुनिया दे विच हैगा तो फिर होर देशां दे विच भी होएगा। एवें एक भारत दे विच भी मारूथल पाया जांदा जिहड़ा राजस्थान वाली साइड ते हैगा, ਨੂੰ ਭਾਰਤ ਪਾਕਿਸਤਾਨ ਦਾ ਮਾਰੂਥਲ ਕਹਿੰਦੇ ਹੈਗੇ। ਤਾਂ ਭਾਰਤੀ ਮਾਰੂਥਲ ਦਾ ਕੀ ਨਾਮ ਹੈਗਾ? ਥਾਰ ਮਾਰੂਥਲ। ਤੁਸੀਂ ਸੁਣਿਆ ਵੀ ਹੋਏਗਾ ਥਾਰ ਡਿਜ਼ਰਟ। ਤਾਂ ਭਾਰਤ ਦੇ ਵਿੱਚ ਜਿਹੜਾ ਮਾਰੂਥਲ ਉਹਦਾ ਕੀ ਨਾਮ ਹੈਗਾ? ਥਾਰ ਮਾਰੂਥਲ। ਕਿਹੜੇ ਰਾਜ ਦੇ ਵਿੱਚ ਹੈਗਾ? ਜ਼ਿਆਦਾਤਰ ਇਹਦਾ ਭਾਗ ਰਾਜਸਥਾਨ ਦੇ ਵਿੱਚ ਹੈ, ਕੁਝ ਕੁ ਹਿੱਸਾ ਇਹਦਾ ਪੰਜਾਬ ਅਤੇ ਹਰਿਆਣੇ ਦੇ ਨਾਲ ਵੀ ਲੱਗਦਾ। ਠੀਕ ਹੈ, ਥਾਰ ਡਿਜ਼ਰਟ। ਇਸ ਤੋਂ ਬਾਅਦ ਹੈਗਾ ਏਸ਼ੀਆ ਦਾ, ਏਸ਼ੀਆ ਮਹਾਂਦੀਪ, ਕਿਉਂਕਿ ਅਸੀਂ ਏਸ਼ੀਆ ਮਹਾਂਦੀਪ ਦਾ ਹਿੱਸਾਂਗੇ। ਤਾਂ ਏਸ਼ੀਆ ਮਹਾਂਦੀਪ ਦਾ ਜਿਹੜਾ ਸਭ ਤੋਂ ਵੱਡਾ ਮਾਰੂਥਲ ਹੈਗਾ ਉਹ ਹੈਗਾ ਗੋਬੀ ਮਾਰੂਥਲ।
ठीक है, खाण वाली गोभी नहीं भी, गोभी मारुथल। इंग्लिश दे विच लिखोगे GOBI गोभी डिजर्ट। ठीक, यह एशिया का, देखो तीनों हो गए अपने। दुनिया का सब तो बड़ा मारूथल सहारा मारूथल, जेकर नहीं पूछा गया, जेकर गर्म पूछा गया फिर सहारा, ठंडा पूछा गया फिर अंटार्कटिक। भारत के विच किहड़ा मारूथल पाया जाता है? थार मारूथल। एशिया का सब तो बड़ा मारूथल गोभी मारूथल। नैक्सट, हिमालय की किहड़ी चोटी नूं सागर माथा कहा जाता है? हाँ जी, माउंट एवरेस्ट नूं नेपाल दे विच सागर माथा कहा जाता है। ठीक, यही दुनिया की सब तो उच्ची चोटी है जी माउंट एवरेस्ट हैगी, 8,848 मीटर इसकी उचाई है। नैक्सट, भारत का सब तो उच्चा पठार किहड़ा गा? हाँ जी, भारत का सब तो उच्चा पठार है जिहड़ा वो हैगा दखण का पठार। ठीक है, इत्थे लद्दाख ना करियो तुसीं, इत्थे तुसीं लिखो दखण का पठार। दखण का पठार, ठीक है, भारत का। जेकर संसार का पूछे जाए सानू संसार का सब तो उच्चा या एशिया का सब तो उच्चा या बड़ा पठार किहड़ा गा, फिर असीं लिखांगे तिब्बत का पठार। दुनिया का या संसार का सब तो बड़ा पठार तिब्बत का पठार। ठीक है, भारत का दखण का पठार। नैक्सट, मनुख द्वारा बनाई गई सब तो वड्डी झील किहड़ी है? हाँ जी, वो हैगी गोबिंद सागर। ठीक है, हुण जिहड़ी गोबिंद सागर झील हैगी इस नूं कित्थे बनाया गया गा? हाँ जी, इस नूं बनाया गया गा जिहड़ा अपना भाखड़ा डैम हैगा, भाखड़ा डैम के बैक साइड ते नूं बनाया गया गा। तो इहदा जिहड़ा निर्माण कार्य सी 1955 दे विच शुरू होया सी। ठीक है, तो 1962 तक यह चलता रहा सी। ठीक है, 1955 दे विच शुरू होया सी, 1962 तक पूरा हो गया, यानी कि तकरीबन उन्होंने 7 साल लग गए सी बनाउण दे। हाँ जी, नैक्सट क्वेश्चन अपने को, सती प्रथा उत्ते कदों कानूनी रोक लगाई गई? हाँ जी, ये लगाई गई सी 1829 दे विच। हुण एक तुहानूं जरूर पता होना चाहिए भी किस दे कारणा करके हुई। हाँ जी, एक भारत दे विच समाज सुधारक सी राजा राम मोहन राय। ठीक है, राजा राम मोहन राय, उन्हां दे यत्नां सदका भारत दे विच सती प्रथा दे उत्ते लॉर्ड विलियम बेंटिंग जिहड़े कि उस समय भारत दे विच गवर्नर जनरल सी, तो उन्होंने सती प्रथा के उपर कानूनी रोक लगाती। लॉर्ड विलियम बेंटिक, ठीक है, इन्हों ने रोक लगाती सी सती प्रथा के उत्ते। हाँ जी, पहला मुगल सम्राट कौन सी? बहुत सौखा क्वेश्चन हैगा, बाबर। ठीक है, कित्थों का रहने वाला सी? काबुल का। ठीक है, हुण इहदे नाल मिलदे जुलदे कुछ फैक्ट ने। एक दा नाम, बाबर का पूरा नाम सी जहीर उद दीन बाबर। तो यह 1526 दे विच भारत का शासक बनिया सी। तो 1526 दे विच बाबर ने दिल्ली सल्तनत का जिहड़ा आखिरी राजा सी, ठीक है, जैसे कह सकते लोधी वंश का आखिरी शासक सी, उसनूं हरा के मार दिता। तो इस लड़ाई की 1526 की जी पानीपत की लड़ाई सी, उहदी जित के की नतीजे निकले? पहला, भारत विचों दिल्ली सल्तनत की हो गया? खत्म हो गया। ठीक है, दिल्ली सल्तनत का अंत हो गया भारत दे विचों। भारत दे विच एक नवा साम्राज्य कायम होया जिहदा नाम सी मुगल साम्राज। ठीक है, मुगल साम्राज। तो ये जिहड़ी लड़ाई सी भी पानीपत की पहली लड़ाई सी, इहनूं इतिहास दे विच तोपां दी लड़ाई भी कहा जांदा गा। ठीक है, भारत दे विच इस नूं तोपां दी लड़ाई भी कहा जांदा। क्यों? क्योंकि इस तो पहला लड़ाइयां तो होईयां सी पर उन्हां विच तोपखाने की वरतों नहीं कीती गई सी। तो बाबर पहला सी जिन्हें किसी भी लड़ाई दे विच तोपां दी वरतों कीती सी। नैक्सट, अरेबिका, लाइबेरिका, रोबस्टा किस दियां किस्मां ने? हाँ जी, ये कॉफी दियां किस्मां ने। नैक्सट, अरब सागर विचले टापूआं दे समूह नूं की कहा जांदा गा? हाँ जी, लक्षद्वीप। ठीक है, अगर जेकर असीं गल करिए पेनिनसुलर इंडिया जिहड़ा प्रायद्वीपी भारत हैगा, तो देखो इस साइड ते साडे कोल बंगाल की खाड़ी है, तो बंगाल की खाड़ी दे विच अंडेमान ते निकोबार द्वीप समूह ने। इस साइड ते अरेबियन सी अरब सागर है, तो उधर साडे कोल लक्षद्वीप द्वीप समूह इत्थे जी। ठीक, नैक्सट,
ਭਾਰਤ ਦਾ ਸਭ ਤੋਂ ਉੱਚਾ ਝਰਨਾ ਕਿਹੜਾ ਗਾ? ਹਾਂਜੀ, ਇਹਨੂੰ ਜੋਗ ਫਾਲਸ ਬੋਲਦੇ ਆਪਾਂ। ਇਹਨੂੰ ਜੋਗ ਫਾਲਸ ਵੀ ਬੋਲਿਆ ਜਾਂਦਾ ਗਾ, ਇਹਨੂੰ ਗੁਰਸੁੱਪਾ ਵੀ ਬੋਲਦੇ ਹੈਗੇ। ਠੀਕ ਹੈ, ਇਹ ਕਰਨਾਟਕ ਦੇ ਵਿੱਚ ਹੈਗਾ। ਸਰਾਵਤੀ ਇੱਕ ਨਦੀ ਹੈਗੀ, ਉੱਥੇ ਬਣਦਾ ਗਾ। ਹੁਣ ਇਹਦਾ ਦੇਖੋ, ਇਹ ਭਾਰਤ ਦਾ ਹੋ ਗਿਆ ਵੀ ਸਭ ਤੋਂ ਉੱਚਾ। ਜੇਕਰ ਸਾਨੂੰ ਸੰਸਾਰ ਦਾ ਪੁੱਛ ਲਿਆ ਜਾਵੇ, ਸੰਸਾਰ ਦਾ ਸਭ ਤੋਂ ਵੱਡਾ ਝਰਨਾ, ਤਾਂ ਉਹ ਹੈਗਾ ਐਂਜਲ ਝਰਨਾ। ਐਂਜਲ ਝਰਨਾ ਇਹ ਕਿੱਥੇ ਹੈਗਾ ਵੀ? ਇਹ ਹੈਗਾ ਵੈਨਜ਼ੂਏਲਾ ਦੇ ਵਿੱਚ। ਠੀਕ ਹੈ, ਵੈਨਜ਼ੂਏਲਾ ਦੇ ਵਿੱਚ ਇਹ ਸਥਿਤ ਹੈਗਾ। ਕਈ ਵਾਰ ਤੁਹਾਨੂੰ ਪੁੱਛ ਸਕਦੇ ਹੈਗੇ, ਸੰਸਾਰ ਦਾ ਸਭ ਤੋਂ ਉੱਚਾ ਤੇ ਵੱਡਾ ਝਰਨਾ ਐਂਜਲ ਝਰਨਾ ਵੈਨਜ਼ੂਏਲਾ ਦੇ ਵਿੱਚ ਹੈ, ਤੇ ਭਾਰਤ ਦਾ ਸਭ ਤੋਂ ਉੱਚਾ ਝਰਨਾ ਕਿਹੜਾ ਹੈਗਾ? ਜੋਗ ਜਾਂ ਗਰਸੋਪਾ। ਠੀਕ ਹੈ, ਕਿੱਥੇ ਹੈਗਾ? ਇੱਕ ਸ਼ਰਾਵਤੀ ਨਦੀ ਦੇ ਹੈਗਾ, ਕਰਨਾਟਕ ਦੇ ਵਿੱਚ। ਨੈਕਸਟ, ਬੰਗਾਲ ਟਾਈਗਰ ਕਿਹੜੇ ਸਥਾਨ ਤੇ ਪਾਈ ਜਾਂਦੀ ਹੈਗੀ? ਹਾਂਜੀ, ਗੰਗਾ ਘਾਟੀ, ਜਿਹਨੂੰ ਆਪਾਂ ਸੁੰਦਰਬਨ ਡੈਲਟਾ ਕਰਕੇ ਸੀ ਪਹਿਲਾਂ ਆਪਾਂ ਕੀਤਾਗਾ। ਨੈਕਸਟ, ਭਾਰਤ ਦਾ ਜਲਵਾਯੂ ਕੀ ਹੈ? ਹਾਂਜੀ, ਊਸ਼ਣ ਖੰਡੀ ਮਾਨਸੂਨ ਜਲਵਾਯੂ। ਨੈਕਸਟ, ਦੋ ਦਰਿਆਵਾਂ ਵਿਚਕਾਰ ਉਪਜਾਊ ਜ਼ਮੀਨ ਨੂੰ ਕੀ ਕਹਿੰਦੇ ਨੇ? ਹਾਂਜੀ, ਦੋ ਦਰਿਆਵਾਂ ਦੇ ਵਿਚਕਾਰਲੀ ਜਿਹੜੀ ਜ਼ਮੀਨ ਹੈਗੀ ਜਾਂ ਧਰਤੀ ਹੈ, ਉਹਨੂੰ ਕਿਹਾ ਜਾਂਦਾ ਹੈਗਾ ਦੁਆਬ। ਦੁਆਬ ਦਾ ਦੂ ਦਾ ਮਤਲਬ ਹੈਗਾ ਦੋ, ਤੇ ਆਬ ਦਾ ਮਤਲਬ ਹੈਗਾ ਪਾਣੀ। ਦੋ ਪਾਣੀ ਹੈ ਜਾਂ ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ ਨੂੰ ਅਸੀਂ ਕੀ ਕਹਿੰਦੇ ਹੈਗੇ? ਦੁਆਬ। ਤਾਂ ਹੁਣ ਮੁਗਲ ਬਾਦਸ਼ਾਹ ਜਿਹੜਾ ਅਕਬਰ ਸੀ, ਉਸ ਦੇ ਸਮੇਂ ਪੰਜਾਬ ਦੀ ਧਰਤੀ ਨੂੰ 5 ਦੁਆਬਿਆਂ ਦੇ ਵਿੱਚ ਵੰਡਿਆ ਗਿਆ। ਕਿੰਨੇ ਦੁਆਬੇ ਬਣਾਏ ਗਏ? 5। ਤਾਂ ਉਸ ਸਮੇਂ ਦੇ ਜਿਹੜੇ ਦਰਿਆ ਸੀ, ਉਹਨਾਂ ਦਰਿਆਵਾਂ ਦੇ ਮੁੱਢਲੇ ਅੱਖਰਾਂ ਨੂੰ ਜੋੜ ਕੇ, ਠੀਕ ਹੈ, ਉਹਨਾਂ ਤੋਂ ਦੁਆਬਿਆਂ ਦੇ ਨਾਮ ਬਣਾਏ ਗਏ। ਜਿਵੇਂ 5 ਦੁਆਬੇ ਸੀ, ਤਾਂ ਸਿੰਧ ਤੋਂ ਲੈ ਕੇ ਸਿੰਧ, ਜੇਹਲਮ, ਝਨਾਬ, ਰਾਵੀ, ਬਿਆਸ, ਸਤਲੁਜ, ਤਾਂ ਜਿਹੜਾ ਖੇਤਰ ਜਿਹੜੇ ਦੋ ਦਰਿਆਵਾਂ ਦੇ ਵਿਚਕਾਰ ਆਉਂਦਾ ਸੀ, ਉਹਨਾਂ ਦੇ ਮੁੱਢਲੇ 1 ਜਾਂ 2 ਅੱਖਰਾਂ ਤੋਂ ਮਿਲਾ ਕੇ ਦੁਆਬਿਆਂ ਦੇ ਨਾਮ ਬਣਾ ਦਿੱਤੇ ਗਏ। ਜਿਵੇਂ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੇ ਖੇਤਰ ਬਿਆਸ ਤੇ ਸਤਲੁਜ ਦੇ ਵਿਚਕਾਰ ਆਉਂਦੇ ਸੀ, ਉਹਨਾਂ ਦਾ ਨਾਮ ਰੱਖਿਆ ਗਿਆ ਬਿਸਤ ਦੁਆਬ। ਠੀਕ ਹੈ, ਬੱਬੇ ਤੇ ਬਿਆਸ, ਸੱਸੇ ਤੇ ਸਤਲੁਜ। ਐਵੇਂ ਜਿਹੜੇ ਖੇਤਰ ਰਾਵੀ ਤੇ ਝਨਾਬ ਦੇ ਵਿਚਕਾਰ ਆਉਂਦੇ ਸੀ, ਉਹਨਾਂ ਦਾ ਨਾਮ ਰੱਖਿਆ ਗਿਆ ਰਚਨਾ ਦੁਆਬ। ਠੀਕ ਹੈ, ਰਾਰੇ ਤੇ ਰਾਵੀ ਦਰਿਆ, ਚੱਚਾ ਨੰਨੇ ਤੇ ਝਨਾਬ ਦਰਿਆ। ਇਸ ਤਰੀਕੇ ਨਾਲ 5 ਜਿਹੜੇ ਦੁਆਬ ਸੀ ਉਹ ਬਣਾਏ ਗਏ ਸੀ। ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਦੁਆਬ ਸ਼ਬਦ ਤੋਂ ਕੀ ਭਾਵ ਹੈ? ਠੀਕ ਹੈ, ਕੁੱਲ ਕਿੰਨੇ ਦੁਆਬੇ ਸੀ? ਕਿਸ ਬਾਦਸ਼ਾਹ ਦੁਆਰਾ ਬਣਾਏ ਗਏ ਸੀ? ਕੁੱਲ 5 ਦੁਆਬੇ ਸੀ ਤੇ ਮੁਗਲ ਬਾਦਸ਼ਾਹ ਅਕਬਰ ਦੁਆਰਾ ਬਣਾਏ ਗਏ ਸੀ। ਨੈਕਸਟ, ਭਾਰਤੀ ਪ੍ਰਾਇਦੀਪ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈਗੀ? ਹਾਂਜੀ, ਪੈਨੀਸੂਲਰ ਇੰਡੀਆ ਦੀ ਸਭ ਤੋਂ ਲੰਬੀ ਨਦੀ ਗੋਦਾਵਰੀ। ਤੇ ਗੋਦਾਵਰੀ ਨੂੰ ਹੀ ਦੱਖਣ ਦੀ ਬੁੱਢੀ ਗੰਗਾ ਕਿਹਾ ਜਾਂਦਾ ਹੈਗਾ। ਤੁਹਾਨੂੰ ਕੁਐਸਚਨ ਪੁੱਛ ਰਿਹਾ ਹੈ, ਕਿਹੜੀ ਨਦੀ ਨੂੰ ਦੱਖਣ ਦੀ ਬੁੱਢੀ ਗੰਗਾ ਕਿਹਾ ਜਾਂਦਾ ਹੈਗਾ? ਗੋਦਾਵਰੀ ਨਦੀ। ਨੈਕਸਟ, ਕਾਜ਼ੀਰੰਗਾ ਨੈਸ਼ਨਲ ਪਾਰਕ ਕਿੱਥੇ ਸਥਿਤ ਹੈ? ਹਾਂਜੀ, ਇਹ ਅਸਾਮ ਦੇ ਵਿੱਚ ਸਥਿਤ ਹੈ ਵੀ। ਇੱਥੇ ਇੱਕ ਸਿੰਗ ਵਾਲੇ ਜਿਹੜੇ ਗੈਂਡੇ ਹੈਗੇ, ਉਹਨਾਂ ਨੂੰ ਪ੍ਰੋਟੈਕਟ ਕਰਕੇ ਸੁਰੱਖਿਅਤ ਰੱਖਿਆ ਗਿਆ ਸੀ, ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਰਹੀ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸ਼ਿਕਾਰ ਹੋ ਰਿਹਾ ਸੀ। ਉਹਨਾਂ ਦੇ ਜਿਹੜਾ ਨੱਕ ਦੇ ਉੱਪਰ ਸਿੰਗ ਸੀ, ਉਹਦੀ ਪ੍ਰਾਪਤੀ ਦੇ ਲਈ ਇੱਥੇ ਜਿਹੜਾ ਵਨ ਆਰਡਰ ਹੀਨੂ ਹੈਗਾ, ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਿਆ ਗਿਆ। ਅਸਾਮ ਦੇ ਵਿੱਚ ਹੈਗਾ। ਨੈਕਸਟ, ਤੀਰਥੰਕਰ ਸ਼ਬਦ ਦਾ ਸੰਬੰਧ ਕਿਸ ਧਰਮ ਨਾਲ ਹੈਗਾ? ਜੈਨ ਧਰਮ ਦੇ ਨਾਲ। ਠੀਕ ਹੈ, ਕੁੱਲ ਕਿੰਨੇ ਤੀਰਥੰਕਰ ਹੋਏ ਸੀ ਜੈਨ ਧਰਮ ਦੇ ਵਿੱਚ ਵੀ? 24। ਠੀਕ ਹੈ, ਜਿਹੜੇ ਪਹਿਲੇ ਸੀ ਉਹਨਾਂ ਦਾ ਕੀ ਨਾਮ ਸੀ? ਉਹਨਾਂ ਦਾ ਨਾਮ ਸੀ ਰਿਸ਼ਵਨਾਥ। ਰਿਸ਼ਵਨਾਥ। ਠੀਕ ਹੈ, ਇਸ ਤੋਂ ਬਾਅਦ 23ਵੇਂ ਸੀ ਜਿਹੜੇ, ਉਹਨਾਂ ਦਾ ਸਾਨੂੰ ਨਾਮ ਪਤਾ ਹੋਣਾ ਚਾਹੀਦਾ ਹੈਗਾ ਪਾਰਸ਼ਵਨਾਥ। ਠੀਕ ਹੈ, ਇਸ ਤੋਂ ਬਾਅਦ ਆ ਗਏ 24ਵੇਂ, ਤਾਂ 24ਵੇਂ ਸੀ ਸਵਾਮੀ ਮਹਾਵੀਰ। ਪਹਿਲੇ ਰਿਸ਼ਵਨਾਥ, 23ਵੇਂ ਸੀ ਜਿਹੜੇ ਪਾਰਸ਼ਵਨਾਥ, ਤੇ 24ਵੇਂ ਸੀ ਸਵਾਮੀ ਮਹਾਵੀਰ। ਨੈਕਸਟ, ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈਗਾ? ਸਮੁੰਦਰ ਗੁਪਤ। ਹਾਂਜੀ, ਸਮੁੰਦਰ ਗੁਪਤ ਦੀਆਂ ਜਿੱਤਾਂ ਦੇ ਕਾਰਨ ਉਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈਗਾ। ਨੈਕਸਟ, ਕੁਤਬ ਮੀਨਾਰ ਦੀ ਉਸਾਰੀ ਦਾ ਕਾਰਜ ਕਿਸ ਨੇ ਪੂਰਾ ਕਰਵਾਇਆ? ਹਾਂਜੀ, ਦੇਖੋ ਵੀ ਕੁਤਬ ਮੀਨਾਰ ਦੀ ਉਸਾਰੀ ਸੀ ਜਿਹੜੀ, ਉਹ ਸ਼ੁਰੂ ਕਰਾਈ ਸੀ ਕੁਤਬੁਦੀਨ ਐਬਕ ਨੇ, ਪਰ ਉਸ ਦੀਆਂ ਜਿਹੜੀਆਂ ਅਖੀਰਲੀਆਂ 3 ਮੰਜ਼ਿਲਾਂ ਸੀ ਜਾਂ ਉਹਨਾਂ ਦੀ ਕੁਤਬ ਮੀਨਾਰ ਨੂੰ ਪੂਰਾ ਕਰਾਉਣ ਦਾ ਕੰਮ ਕੀਤਾ ਸੀ ਇਲਤੁਤਮਿਸ਼ ਨੇ, ਜਿਹੜਾ ਕਿ ਕੁਤਬੁਦੀਨ ਐਬਕ ਦਾ ਦਾਸ ਸੀ। ਨੈਕਸਟ, ਲਹੂ ਅਤੇ ਲੋਹੇ ਦੀ ਨੀਤੀ ਕਿਸ ਸ਼ਾਸਕ ਨੇ ਬਣਾਈ ਸੀ? ਹਾਂਜੀ, ਇਹ ਬਣਾਈ ਸੀ ਬਲਬਨ ਨੇ। ਠੀਕ ਹੈ, ਇਹਦਾ ਪੂਰਾ ਨਾਮ ਸੀ ਗਿਆਸ ਉਦ ਦੀਨ ਬਲਬਨ। ਗਿਆਸ
ਉਦ-ਦੀਨ ਬਲਬਨ ਕਿੰਨਾਂ ਦੇ ਖਿਲਾਫ ਅਪਣਾਈ ਸੀ, ਇਹ ਜ਼ਰੂਰ ਨੋਟ ਕਰ ਲਿਓ ਵੀ। ਇੱਕ ਜਾਤੀ ਸੀ ਉਸ ਸਮੇਂ ਮੰਗੋਲ, ਤਾਂ ਮੰਗੋਲਾਂ ਦਾ ਦਮਨ ਕਰਨ ਦੇ ਲਈ ਮੰਗੋਲਾਂ ਦੇ ਵਿਰੁੱਧ ਇਹ ਨੀਤੀ ਅਪਣਾਈ ਗਈ ਸੀ। ਠੀਕ ਹੈ, ਇਹਨੂੰ ਬੋਲਦੇ ਹੈਗੇ ਬਲੱਡ ਐਂਡ ਆਇਰਨ ਪਾਲਿਸੀ। ਨੈਕਸਟ 2.5 ਦਿਨ ਦਾ ਝੌਂਪੜਾ ਕਿਸਨੇ ਬਣਵਾਇਆ ਸੀ? ਹਾਂਜੀ, ਕੁਤਬੁੱਦੀਨ ਐਬਕ ਨੇ, ਜਿਹੜਾ ਕਿ ਦਾਸ ਵੰਸ਼ ਦਾ ਜਾਂ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਨੈਕਸਟ ਸ਼ੇਰਸ਼ਾਹ ਸੂਰੀ ਦਾ ਅਸਲ ਨਾਮ ਕੀ ਸੀ? ਫਰੀਦ। ਹਾਂਜੀ, ਇਹ ਉਹੀ ਸ਼ੇਰਸ਼ਾਹ ਸੂਰੀ ਹੈ ਵੀ ਸੂਰੀ ਵੰਸ਼ ਦਾ ਸ਼ਾਸਕ ਹੈਗਾ ਜਿਹਨੇ ਹਮਾਯੂ ਨੂੰ 1540 ਦੇ ਵਿੱਚ ਹਰਾ ਕੇ ਭਜਾ ਦਿੱਤਾ ਸੀ। ਠੀਕ ਹੈ, ਇਸ ਤੋਂ ਬਾਅਦ ਉਹ ਕੀ ਹੋਇਆ, ਸ਼ੇਰਸ਼ਾਹ ਸੂਰੀ ਨੇ ਇੱਕ ਰੋਡ ਬਣਾਇਆ ਜਿਹਦਾ ਨਾਮ ਸੀ GT ਰੋਡ, ਜਿਹਦਾ ਤੁਸੀਂ ਅਕਸਰ ਜ਼ਿਕਰ ਸੁਣਦੇ ਹੋਵੋਗੇ। ਠੀਕ ਹੈ, ਜਿਹਦਾ ਨਾਮ ਹੈ ਗ੍ਰੈਂਡ ਟਰੰਕ ਰੋਡ। ਤਾਂ ਇਸ ਨੂੰ ਜਰਨੈਲੀ ਸੜਕ ਵੀ ਕਿਹਾ ਜਾਂਦਾ ਹੈਗਾ। ਠੀਕ ਹੈ, ਤੇ ਇਸ ਨੂੰ ਸ਼ੇਰਸ਼ਾਹ ਸੂਰੀ ਮਾਰਗ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ। ਨੈਕਸਟ ਅਕਬਰ ਜਹਾਂਗੀਰ ਨੂੰ ਕੀ ਕਹਿ ਕੇ ਪੁਕਾਰਦਾ ਸੀ? ਹਾਂਜੀ, ਸ਼ੇਖੋ ਬਾਬਾ। ਠੀਕ ਹੈ, ਅਕਬਰ ਜਹਾਂਗੀਰ ਨੂੰ ਸ਼ੇਖੋ ਬਾਬਾ ਕਹਿ ਕੇ ਪੁਕਾਰਦਾ। ਨੈਕਸਟ ਨੂਰ ਜਹਾਂ ਜਹਾਂਗੀਰ ਦੀ ਪਤਨੀ ਦਾ ਅਸਲ ਨਾਮ ਕੀ ਸੀ? ਮੇਹਰੂਨਿਸਾ। ਠੀਕ ਹੈ, ਤਾਂ ਹੁਣ ਜਿਹੜੀ ਮੇਹਰੂਨਿਸਾ ਸੀ ਸ਼ੁਰੂ ਦੇ ਵਿੱਚ, ਠੀਕ ਹੈ, ਇਸ ਦੇ ਪਤੀ ਦਾ ਨਾਮ ਸੀ ਸ਼ੇਰ ਅਫਗਾਨ ਖਾਂ। ਸ਼ੇਰ ਅਫਗਾਨ ਖਾਂ, ਤਾਂ ਇਸ ਦੇ ਨਾਲ ਦਾ ਵਿਆਹ ਹੋਇਆ ਸੀ, ਪਰ ਇੱਕ ਲੜਾਈ ਦੇ ਵਿੱਚ ਸ਼ੇਰ ਅਫਗਾਨ ਖਾਂ ਦੀ ਮੌਤ ਹੋ ਜਾਂਦੀ ਹੈਗੀ। ਇਸ ਤੋਂ ਬਾਅਦ ਜਿਹੜਾ ਜਹਾਂਗੀਰ ਸੀ ਉਹ ਮੇਹਰੂਨਿਸਾ ਦੇ ਨਾਲ ਵਿਆਹ ਕਰਵਾ ਲੈਂਦਾ ਗਾ, ਤੇ ਫਿਰ ਉਸ ਨੂੰ ਉਪਾਧੀ ਦਿੰਦਾ ਗਾ, ਟਾਈਟਲ ਦਿੰਦਾ ਗਾ। ਕੀ ਟਾਈਟਲ ਦਿੰਦਾ ਗਾ? ਪਹਿਲਾ ਟਾਈਟਲ ਦਿੰਦਾ ਗਾ ਨੂਰ ਮਹਿਲ ਦਾ। ਇਸ ਤੋਂ ਬਾਅਦ ਫਿਰ ਇੱਕ ਹੋਰ ਟਾਈਟਲ ਦਿੰਦਾ ਗਾ, ਉਹਨੂੰ ਉਪਾਧੀ ਦਿੰਦਾ ਗਾ, ਠੀਕ ਹੈ, ਜਿਹੜੀ ਕਿ ਨੂਰ ਜਹਾਂ। ਠੀਕ ਹੈ, ਇਸ ਕਰਕੇ ਮੇਹਰੂਨਿਸਾ ਦਾ ਫਿਰ ਬਾਅਦ ਦੇ ਵਿੱਚ ਨਾਮ ਕੀ ਲਿਆ ਜਾਣ ਲੱਗਿਆ? ਨੂਰ ਜਹਾਂ। ਹਾਂਜੀ, ਨੈਕਸਟ ਨੰਬਰ 18 ਤੁਝ ਕੇ ਬਾਬਰੀ, ਬਾਬਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ? ਤੁਰਕੀ ਭਾਸ਼ਾ ਦੇ ਵਿੱਚ। ਹਾਂਜੀ, ਦੇਖੋ ਵੀ ਤੁਝ ਕੇ ਬਾਬਰੀ ਦੀ ਗੱਲ ਕਰੀਏ, ਠੀਕ ਹੈ, ਇਸ ਤੋਂ ਬਾਅਦ ਆਈਨ ਅਕਬਰੀ ਦੀ ਗੱਲ ਕਰੀਏ। ਆਈਨ ਅਕਬਰੀ ਕਿਹਨੇ ਲਿਖੀ ਸੀ? ਅਬੁਲ ਫਜ਼ਲ ਨੇ। ਆਈਨ ਅਕਬਰੀ ਕਿਹਨੇ ਲਿਖੀ ਸੀ? ਅਬੁਲ ਫਜ਼ਲ ਨੇ। ਤੁਝ ਕੇ ਬਾਬਰੀ ਬਾਬਰ ਦੀ ਆਤਮਕਥਾ ਹੈਗੀ, ਇਹ ਬਾਬਰ ਨੇ ਖੁਦ ਲਿਖੀ ਸੀ। ਠੀਕ ਹੈ, ਕਿਹੜੀ ਭਾਸ਼ਾ 'ਚ ਲਿਖੀ ਸੀ? ਤੁਰਕੀ ਭਾਸ਼ਾ 'ਚ। ਇੱਕ ਗੱਲ ਨੋਟ ਕਰ ਲਿਓ, ਸਿਰਫ ਮੁਗਲ ਬਾਦਸ਼ਾਹ ਦੇ ਵਿੱਚੋਂ ਤੁਝ ਕੇ ਬਾਬਰੀ ਜਾਂ ਬਾਬਰਨਾਮਾ ਹੀ ਇੱਕ ਅਜਿਹਾ ਗ੍ਰੰਥ ਹੈ ਜਿਹੜਾ ਤੁਰਕੀ ਭਾਸ਼ਾ 'ਚ ਲਿਖਿਆ ਗਿਆ। ਬਾਕੀ ਜਿੰਨੇ ਵੀ ਗ੍ਰੰਥ ਹੈਗੇ, ਠੀਕ ਹੈ, ਜੀਵਨੀਆਂ ਨੇ, ਉਹ ਸਾਰੀਆਂ ਫਾਰਸੀ ਭਾਸ਼ਾ ਦੇ ਵਿੱਚ ਲਿਖੀਆਂ ਗਈਆਂ ਨੇ। ਤੁਹਾਨੂੰ ਕੁਐਸਚਨ ਸਿੰਪਲੀ ਪੁੱਛਿਆ ਜਾ ਸਕਦਾ ਹੈਗਾ, ਠੀਕ ਹੈ, ਉਹ ਕਿਸ ਮੁਗਲ ਬਾਦਸ਼ਾਹ ਦੀ ਆਤਮ ਕਥਾ ਤੁਰਕੀ ਭਾਸ਼ਾ ਵਿੱਚ ਲਿਖੀ ਗਈ ਹੈਗੀ? ਤਾਂ ਬਾਬਰ ਦੀ, ਬਾਬਰਨਾਮਾ ਜਾਂ ਫਿਰ ਤੁਝ ਕੇ ਬਾਬਰ। ਨੈਕਸਟ ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਹਾਂਜੀ, ਇਬਰਾਹਿਮ ਲੋਧੀ। ਠੀਕ ਹੈ, ਲੋਧੀ ਵੰਸ਼ ਦਾ ਜਾਂ ਦਿੱਲੀ ਸਲਤਨਤ ਦਾ ਆਖਰੀ ਰਾਜਾ ਕੌਣ ਸੀ? ਇਬਰਾਹਿਮ ਲੋਧੀ, ਜਿਹੜਾ ਕਿ ਪਾਣੀਪਤ ਦੀ ਪਹਿਲੀ ਲੜਾਈ 1526 ਦੇ ਵਿੱਚ ਬਾਬਰ ਹੱਥੋਂ ਹਾਰ ਕੇ ਮਾਰਿਆ ਗਿਆ। ਇਸ ਦੀ ਮੌਤ ਦੇ ਨਾਲ ਲੋਧੀ ਵੰਸ਼ ਦਾ ਵੀ ਅੰਤ ਹੋ ਗਿਆ, ਦਿੱਲੀ ਸਲਤਨਤ ਦਾ ਵੀ ਅੰਤ ਹੋ ਗਿਆ। ਭਾਰਤ ਵਿੱਚ ਇੱਕ ਨਵਾਂ ਸਾਮਰਾਜ ਕਾਇਮ ਹੋਇਆ, ਮੁਗਲ ਸਾਮਰਾਜ। ਨੈਕਸਟ ਅਬਦ ਸੁਤੰਤਰ ਰਾਜ ਦੀ ਨੀਂਹ ਕਿਸਨੇ ਰੱਖੀ? ਹਾਂਜੀ, ਇਹ ਰੱਖੀ ਸੀ ਸਾਦਤ ਖਾਂ ਨੇ। ਕਦੋਂ ਰੱਖੀ ਸੀ ਵੀ? 1739 ਦੇ ਵਿੱਚ। ਠੀਕ ਹੈ, 1739। ਤਾਂ ਇਹ 40 ਕੁਐਸਚਨ ਸੀ ਜਿਹੜੇ ਆਪਾਂ ਡਿਸਕਸ ਕੀਤੇ ਹੈਗੇ। ਤਾਂ ਉਮੀਦ ਹੈ ਵੀ ਤੁਹਾਨੂੰ ਇਹਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਨਵੀਆਂ ਵੀ ਸਿੱਖਣ ਨੂੰ ਮਿਲੀਆਂ ਹੋਣਗੀਆਂ, ਬਹੁਤੀਆਂ ਗੱਲਾਂ ਦੀ ਤੁਹਾਡੀ ਦੁਹਰਾਈ ਗਈ ਹੋਗੀ ਕੁਐਸਚਨਾਂ ਦੀ। ਠੀਕ ਹੈ, ਤਾਂ ਇਸੇ ਤਰੀਕੇ ਦੇ ਨਾਲ ਆਪਾਂ ਕੁਝ ਨਵਾਂ ਸਿੱਖਦੇ ਰਵਾਂਗੇ, ਠੀਕ ਹੈ, ਹਰ ਰੋਜ਼। ਤਾਂ ਉਮੀਦ ਹੈ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਜਿਹੜੇ ਵੀ ਤੁਹਾਡੇ ਸਾਥੀ ਤੁਹਾਡੇ ਨਾਲ ਜੁੜੇ ਹੈਗੇ, ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੈਗੇ, ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰਿਓ ਤਾਂ ਜੋ ਵੀ ਕੁਝ ਨਵਾਂ ਸਿੱਖ ਸਕਣ। ਠੀਕ ਹੈ ਜੀ, ਓਕੇ, ਥੈਂਕ ਯੂ।